ਸਮੇਲ ਪੋਡਕਾਸਟ ਦੀ ਲੜੀ ਨੰਬਰ 21 ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਅਤੇ ਮੇਜਰਮੈਂਟ ਵੱਲੋਂ ਵਿਸ਼ਵ ਭਰ ਵਿੱਚ ਬੈਠੇ तमाम ਦਰਸ਼ਕਾਂ ਨੂੰ ਆਦਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਦਾ ਪ੍ਰੋਗਰਾਮ ਆਪਾਂ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੀ ਸ਼ਹੀਦੀ ਦਿਵਸ ਤੇ ਸਮਰਪਿਤ ਕਰ ਰਹੇ ਹਾਂ। ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਇਸ ਵਾਰ 14 ਜੂਨ ਨੂੰ ਵਿਸ਼ਵ ਭਰ ਵਿੱਚ ਗੁਰੂ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਜਿਸ ਨੂੰ ਪੰਜਾਬ ਤੋਂ ਇਲਾਵਾ ਪੂਰੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਉਹ ਬੜੇ ਉਤਸ਼ਾਹ ਨਾਲ ਮਨਾਉਂਦੀਆਂ ਨੇ। ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਨੇ ਅਤੇ ਘੁੰਗਣੀਆਂ ਦਾ ਪ੍ਰਸ਼ਾਦ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ। ਤੇ ਭਾਵੇਂ ਹੁਣ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਨੇ, ਪਾਬੰਦੀਆਂ ਨੇ, ਲੇਕਿਨ ਫਿਰ ਵੀ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਆਪਣੇ ਬੱਚਿਆਂ ਨਾਲ ਇਤਿਹਾਸ ਸਾਂਝਾ ਕਰਕੇ ਜਾਂ ਉਹਨਾਂ ਦੀ ਸ਼ਹੀਦੀ ਬਾਰੇ ਦੱਸ ਕੇ ਕਿ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਤੇ ਉਹ ਅਸੀਂ ਆਪਣੇ ਬੱਚਿਆਂ ਨਾਲ ਸਾਂਝਾ ਕਰ ਸਕਦੇ ਹਾਂ। ਤੇ ਮੇਰਾ ਖਿਆਲ ਹੈ ਥੋੜ੍ਹੀ ਗਿਣਤੀ ਦੇ ਵਿੱਚ ਹੁਣ ਅਸੀਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਜਾ ਸਕਦੇ ਹਾਂ ਤੇ ਜਿਸ ਤਰ੍ਹਾਂ ਨਵੇਂ ਐਲਾਨ ਹੋਏ ਨੇ ਜਾਂ ਨਵੀਆਂ ਜਿਹੜੀਆਂ ਪਾਬੰਦੀਆਂ ਨੇ ਕੁਛ ਉਹਨਾਂ ਦੇ ਵਿੱਚ ਢਿੱਲ ਦਿੱਤੀ ਗਈ ਹੈ ਤਾਂ ਉਸ ਤੋਂ ਲੱਗਦਾ ਕਿ ਥੋੜ੍ਹੇ ਜਿਹੜੇ ਲੋਕ ਨੇ ਤੇ 15% ਸਮਰੱਥਾ ਅਨੁਸਾਰ ਉਹ ਧਾਰਮਿਕ ਸਥਾਨਾਂ ਤੇ ਜਾ ਸਕਦੇ ਨੇ। ਸੋ ਆਪਾਂ ਥੋੜ੍ਹਾ ਜਿਹਾ ਗੁਰੂ ਸਾਹਿਬ ਦੀ ਜ਼ਿੰਦਗੀ ਬਾਰੇ ਜਾਣ ਲੈਂਦੇ ਹਾਂ। ਤੇ ਗੁਰੂ ਸਾਹਿਬ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਵਿੱਚ ਹੋਇਆ ਸੀ ਤੇ ਉਹਨਾਂ ਦੀ ਜਿਹੜੀ ਸ਼ਹੀਦੀ ਹੈ ਉਹ 30 ਮਈ 1606 ਨੂੰ ਹੋਈ ਸੀ। ਉਸ ਵਕਤ ਉਹਨਾਂ ਦੀ ਉਮਰ ਸਿਰਫ 43 ਸਾਲ ਸੀ। ਪਰ ਆਪਣੀ 43 ਸਾਲ ਦੀ ਉਮਰ ਦੇ ਵਿੱਚ ਜੋ ਗੁਰੂ ਜੀ ਨੇ ਕੰਮ ਕੀਤੇ ਉਹ ਬਿਲਕੁਲ ਇੰਨੇ ਕਮਾਲ ਦੇ ਨੇ ਕਿ ਕਈ ਵਾਰ ਸਾਡਾ ਮਨ ਹੈ ਜਿਹੜਾ ਉਹ ਹੈਰਾਨ ਰਹਿ ਜਾਂਦਾ ਹੈ। ਅਸੀਂ ਆਪਣੀਆਂ ਉਮਰਾਂ ਵੱਲ ਦੇਖੀਏ ਜਾਂ ਅਸੀਂ ਆਲੇ ਦੁਆਲੇ ਸਮਾਜ ਦੇ ਵਿੱਚ ਵੇਖੀਏ ਤਾਂ 43 ਸਾਲ ਦੀ ਉਮਰ ਹੈ ਜਿਹੜੀ ਉਹ ਕੁਛ ਵੀ ਨਹੀਂ ਹੁੰਦੀ, ਲੇਕਿਨ ਇੰਨੀ ਛੋਟੀ ਉਮਰ ਦੇ ਵਿੱਚ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੀ ਬਾਣੀ ਕਿਹੜੀ ਤਰਤੀਬ ਦੇ ਵਿੱਚ ਦਰਜ ਕਰਨੀ ਹੈ, ਕਿਹੜੇ ਰਾਗ ਨੂੰ ਕਿੱਥੇ ਫਿੱਟ ਕਰਨਾ ਹੈ ਤੇ ਔਰ ਉਹ ਬਾਣੀ ਜਿਹੜੀ ਹੈ ਉਹ ਗੁਰਮਤ ਸਿਧਾਂਤਾਂ ਅਨੁਸਾਰ ਹੋਵੇ। ਤਾਂ ਉਹਨਾਂ ਨੇ ਜਿਹੜਾ ਪੈਮਾਨਾ ਹੈ ਉਹ ਗੁਰਮਤ ਸਿਧਾਂਤ ਜਾਂ ਰਾਗ ਰੱਖੇ ਨੇ। 32 ਰਾਗਾਂ ਦੇ ਕਰੀਬ ਬਾਣੀ ਹੈ, ਪਰੰਤੂ ਇਹਦੇ ਵਿੱਚ ਕੋਈ ਵੀ ਕਿਸੇ ਜਾਤ ਪਾਤ ਧਰਮ ਦਾ ਵਿਤਕਰਾ ਨਹੀਂ ਕੀਤਾ ਗਿਆ। ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਦੁਨੀਆ ਦੀ ਪਹਿਲੀ ਐਸੀ ਕਿਤਾਬ ਹੈ ਜਿਸ ਦੇ ਵਿੱਚ ਹਰ ਧਰਮ ਦੇ ਵਿਅਕਤੀ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹਦੇ ਵਿੱਚ ਭਗਤਾਂ ਦੀ ਬਾਣੀ ਹੈ ਤੇ ਇਹਦੇ ਵਿੱਚ ਦੂਸਰੇ ਧਰਮਾਂ ਦੀ ਜਿਹੜੀ ਬਾਣੀ ਹੈ ਉਹ ਹੈ। ਤਾਂ ਇਸ ਪ੍ਰਕਾਰ ਇਹ ਸੰਦੇਸ਼ ਦਿੱਤਾ ਗਿਆ ਕਿ ਜਿਹੜਾ ਇਹ ਨਵਾਂ ਧਰਮ ਹੈ ਇਹ ਸਾਰਿਆਂ ਵਾਸਤੇ ਹੈ। ਤੇ ਇਸੇ ਪ੍ਰਕਾਰ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ। ਸੋ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਸੰਕੇਤਕ ਤੌਰ ਤੇ ਉਹਨਾਂ ਦੀ ਨੀਂਹ ਵੀ ਮੀਆਂ ਮੀਰ ਜੀ ਪਾਸੋਂ ਰਖਵਾਈ ਗਈ ਜੋ ਕਿ ਇੱਕ ਮੁਸਲਮਾਨ ਸਨ ਤੇ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਰਖਵਾਏ ਗਏ ਤਾਂ ਕਿ 4 ਵਰਨਾਂ ਦੇ ਜਿਹੜੇ ਲੋਕ ਨੇ, 4 ਜਿਹੜੇ ਮੁੱਖ ਉੱਥੇ ਦੇ ਪੜਾਅ ਕਹਿ ਲਓ, ਸਾਡੇ ਜਿਹੜੇ ਜਾਤੀ ਪ੍ਰਥਾ ਸੀਗੀ ਕਿ ਉਹ 4 ਪੜਾਵਾਂ ਦੇ ਵਿੱਚ ਵੰਡੀ ਹੋਈ ਸੀ ਤੇ ਇਹ ਸੰਕੇਤ ਦਿੱਤਾ ਕਿ ਇਹ ਸਾਰਿਆਂ ਲਈ ਸਾਂਝੇ ਨੇ। ਸੋ ਉਹਨਾਂ ਦਾ ਜਦੋਂ ਆਪਾਂ ਜੀਵਨ ਥੋੜ੍ਹਾ ਜਿਹਾ ਦੇਖਦੇ ਹਾਂ, ਕਿਉਂਕਿ ਪਰਿਵਾਰ ਤੋਂ ਬਿਨਾਂ ਜਿਹੜਾ ਹੈ ਉਹ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਤੁਸੀਂ ਇੰਨੇ ਕੰਮ ਨਹੀਂ ਕਰ ਸਕਦੇ ਜਿਸ ਤਰ੍ਹਾਂ ਉਹਨਾਂ ਨੇ ਤਰਨਤਾਰਨ ਸਾਹਿਬ ਵਸਾਇਆ। ਤੋਂ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਜਲੰਧਰ ਦੇ ਨਾਲ ਕਰਤਾਰਪੁਰ ਪੈਂਦਾ ਹੈ ਉਹ ਉਹਨਾਂ ਨੇ ਵਸਾਇਆ। ਸ਼ਹਿਰ ਵਸਾਉਣੇ, ਬੌਲੀਆਂ ਬਣਾਉਣੀਆਂ ਜਾਂ ਸਰੋਵਰ ਬਣਾਉਣੇ ਜਾਂ ਇੰਨਾ ਵੱਡਾ ਕੰਮ ਕਰਨਾ ਇਹ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਸੇ ਉਹਨਾਂ ਦੇ ਪਤਨੀ ਮਾਤਾ ਗੰਗਾ ਜੀ ਸਨ ਤੇ ਉਹਨਾਂ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਸਨ ਤੇ ਇਹਨਾਂ ਦੇ ਪਿਤਾ ਜੀ ਗੁਰੂ ਰਾਮਦਾਸ ਜੀ ਅਤੇ ਮਾਤਾ ਬੀਬੀ ਭਾਨੀ ਜੀ ਸਨ। ਸੋ ਇਹਨਾਂ ਦਾ ਜਿਹੜਾ ਜੀਵਨ ਹੈ ਉਹ ਬੜਾ ਹੀ ਵਿਲੱਖਣ ਕਿਸਮ ਦਾ ਹੈ। ਸੋ ਇਸੇ ਕਰਕੇ ਅਸੀਂ ਇਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਦੇ ਹਾਂ ਤੇ ਆਪਣੇ ਅਸੂਲਾਂ ਤੇ ਆਪਣੀ ਗੱਲ ਤੇ ਪਹਿਰਾ ਦੇਣਾ ਔਰ ਉਹ ਵੀ ਸ਼ਾਂਤੀ ਨੂੰ ਰੱਖਦਿਆਂ ਹੋਇਆਂ ਤੇ ਕਿਤੇ ਉਹ ਪ੍ਰਵੋਕ ਨਹੀਂ ਹੋਏ, ਕਿਤੇ ਉਹਨਾਂ ਨੇ ਕੋਈ ਕਿਸੇ ਨੂੰ ਮੰਦ ਭਾਸ਼ਾ ਨਹੀਂ ਵਰਤੀ ਤੇ ਕਿਸ ਤਰ੍ਹਾਂ ਉਹਨਾਂ ਨੇ ਜ਼ੁਲਮ ਨੂੰ ਆਪਣੇ ਉੱਪਰ ਸਹਿਆ। ਤੋਂ ਚੰਦੂ ਜਿਹੜਾ ਸੀਗਾ ਉਹਨਾਂ ਤੇ ਜ਼ੁਲਮ ਕੀਤਾ, ਇਹਨਾਂ ਨੂੰ ਤਖਤੀ ਤਵੀ ਤੇ ਬਿਠਾਇਆ, ਸਿਰ 'ਚ ਰੇਤ ਪਾਈ। ਸੋ ਇਹ ਸਿੱਖ ਧਰਮ ਦੇ ਵਿੱਚ ਇਹਨਾਂ ਨੂੰ
ਪਹਿਲੀ ਸ਼ਹੀਦੀ ਜਿਹੜੀ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ। ਸੋ ਇਸੇ ਕਰਕੇ ਇਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਸੋ ਤੁਸੀਂ ਉਹਨਾਂ ਦਾ ਇਤਿਹਾਸ, ਕਿਉਂਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਪ੍ਰੋਗਰਾਮ ਦੇ ਵਿੱਚ ਅਸੀਂ ਵਿਸਥਾਰ ਨਾਲ ਸਾਰੀ ਗੱਲ ਕਰੀਏ, ਲੇਕਿਨ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਗੱਲਾਂ ਦੱਸੋ ਤਾਂ ਕਿ ਉਹ ਸਾਡੇ ਇਤਿਹਾਸ ਤੋਂ, ਸਾਡੇ ਪਿਛੋਕੜ ਤੋਂ ਜਾਣੂ ਹੋ ਸਕਣ। ਸੋ ਦੋਸਤੋ, ਅੱਜ ਦਾ ਪ੍ਰੋਗਰਾਮ ਆਪਾਂ ਇੱਕ ਸ਼ਰਧਾਂਜਲੀ ਦੇ ਤੌਰ ਤੇ ਵੀ ਪੇਸ਼ ਕਰ ਰਹੇ ਹਾਂ। ਸੋ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅਜੇ ਕੈਨੇਡਾ ਦੇ ਵਿੱਚ, ਤੇ ਜਿਹੜੀ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਕਿ ਕੈਮਲੂਪਸ ਦੇ ਇੱਕ ਸਕੂਲ ਵਿੱਚੋਂ ਤੇ 215 ਬੱਚੇ ਜਿਹੜੇ ਮੂਲ ਵਾਸੀਆਂ ਦੇ ਬੱਚੇ ਸੀ ਤੇ ਉਹਨਾਂ ਦੇ ਪਿੰਜਰ ਮਿਲੇ ਹਨ। ਤੋਂ ਬਹੁਤ ਹੀ ਹਿਲਾ ਦੇਣ ਵਾਲੀ ਗੱਲ ਸੀ ਤੇ ਉਸਨੇ ਸਾਰੇ ਕੈਨੇਡਾ ਨਿਵਾਸੀਆਂ ਨੂੰ ਬਹੁਤ ਹੀ ਸ਼ੋਕਗ੍ਰਸਤ ਕਰ ਦਿੱਤਾ ਸੀ। ਸੋ ਉਸ ਖਬਰ ਦੀ ਅਜੇ ਸਿਆਹੀ ਨਹੀਂ ਸੀ ਸੁੱਕੀ ਕਿ ਸਾਡੇ ਇੱਥੇ ਲੰਡਨ, ਅੰਟਾਰੀਓ, ਲੰਡਨ ਸਾਡੇ ਇੱਥੇ ਇੱਕ ਛੋਟਾ ਜਿਹਾ ਸ਼ਹਿਰ ਹੈ, ਤੇ ਉੱਥੇ ਇੱਕ ਨਸਲਵਾਦੀ ਬੱਚੇ ਨੇ, ਬੱਚਾ ਹੀ ਕਹੂੰਗਾ ਮੈਂ, 20 ਸਾਲ ਦੀ ਉਮਰ ਉਹਦੀ ਸੀ ਸਿਰਫ, ਉਹਨੇ ਇੱਕ ਮੁਸਲਿਮ ਪਰਿਵਾਰ ਜੋ ਕਿ ਸ਼ਾਮ ਦੀ ਸੈਰ ਤੇ ਬਾਹਰ ਨਿਕਲਿਆ ਹੋਇਆ ਸੀ, ਤਕਰੀਬਨ 8:45 ਵਜੇ ਦਾ ਸਮਾਂ ਹੋਵੇਗਾ, ਤੇ ਇਹ ਪਰਿਵਾਰ ਜਦੋਂ ਘੁੰਮਣ ਨਿਕਲਿਆ ਤੇ ਆਪਣੀਆਂ ਲਾਈਟਾਂ ਕ੍ਰਾਸ ਕਰਨ ਲਈ ਤੇ ਉੱਥੇ ਲਾਈਟਾਂ ਤੇ ਖੜਾ ਸੀ, ਤੇ ਇਹ ਜਿਹੜਾ ਹੈਗਾ ਵਿਅਕਤੀ, ਸਿਰ ਫਿਰਿਆ ਹੀ ਕਹਾਂਗੇ ਆਪਾਂ, ਕਿ ਇਹ ਇੱਕ ਪਿਕਅਪ ਟਰੱਕ ਦੇ ਵਿੱਚ ਆਇਆ ਤੇ ਇਹਨੇ ਖੜੀ ਪਰਿਵਾਰਕ ਮੈਂਬਰਾਂ ਦੇ ਉੱਪਰ ਆਪਣਾ ਟਰੱਕ ਚੜਾ ਦਿੱਤਾ। ਸੋ ਜਿਹਦੇ ਕਰਕੇ ਜਿਹੜੇ 4 ਮੈਂਬਰ ਸੀ ਉਹ ਥਾਂ ਤੇ ਹੀ ਮਾਰੇ ਗਏ ਤੇ ਇੱਕ ਬੱਚਾ ਜਿਹੜਾ ਉਹ ਬਚ ਗਿਆ, ਤੇ ਜਿਹੜਾ ਇਸ ਵਕਤ ਜਦੋਂ ਮੈਂ ਪ੍ਰੋਗਰਾਮ ਕਰ ਰਿਹਾ ਹਾਂ ਹਸਪੀਟਲ ਦੇ ਵਿੱਚ ਤੋਂ ਜ਼ੇਰੇ ਇਲਾਜ ਹੈ। ਸੋ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਅਸੀਂ ਪਿਛੋਕੜ ਵੱਲ ਝਾਤ ਮਾਰਦੇ ਹਾਂ ਤੇ ਜਿਵੇਂ ਆਪਾਂ ਮੂਲ ਵਾਸੀਆਂ ਦੀ ਗੱਲ ਕਰਦੇ ਹਾਂ, ਉਹਨਾਂ ਨਾਲ ਤਾਂ ਵਿਤਕਰਾ ਹੋਇਆ ਹੀ ਹੋਇਆ, ਲੇਕਿਨ ਜਿਹੜੇ ਸਾਡੇ ਪੁਰਖੇ ਨੇ ਜਿਨ੍ਹਾਂ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਇੱਥੇ ਪੈਰ ਜਮਾਉਣੇ ਸ਼ੁਰੂ ਕੀਤੇ, ਤੋਂ ਨਸਲਵਾਦ ਉਹਨਾਂ ਨੇ ਵੀ ਝੱਲਿਆ। ਨਸਲਵਾਦ ਅਜੇ ਵੀ ਹੈ, ਨਸਲਵਾਦ ਮੁੱਕਿਆ ਨਹੀਂ ਹੈ, ਲੇਕਿਨ ਇਹ ਬਹੁਤ ਲੁਕਵੇਂ ਰੂਪ ਦੇ ਵਿੱਚ ਹੈ ਤੇ ਬਹੁਤ ਘਟ ਗਿਆ ਹੈ। ਸੇ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਜਿਹੜੇ ਨਸਲਵਾਦੀ ਨੇ ਉਹ ਤੁਹਾਡੇ ਘਰ ਤੋੜ ਜਾਂਦੇ ਸੀ, ਤੁਹਾਡੀਆਂ ਕੰਧਾਂ ਤੇ ਨਾਅਰੇ ਲਿਖ ਜਾਂਦੇ ਸੀ, ਤੁਸੀਂ ਕਦੇ ਇਕੱਲੇ ਘੁੰਮਦੇ ਸੀ ਤੇ ਤੁਹਾਨੂੰ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਸੀ ਤੇ ਜਿਹਦੇ ਨਾਲ ਤੁਸੀਂ ਅਪਸੈਟ ਹੋ ਜਾਂਦੇ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਹੁਣ ਬਿਰਲੀਆਂ ਟਾਮੀਆਂ ਹੁੰਦੀਆਂ ਨੇ, ਪਰ ਹੁੰਦੀਆਂ ਜ਼ਰੂਰ ਨੇ। ਤੇ ਤੁਹਾਨੂੰ ਯਾਦ ਹੋਵੇਗਾ ਕਿ ਸਾਡੇ ਆਲੇ ਦੁਆਲੇ ਹੀ ਕਿ ਕਿਸੇ ਨੂੰ ਗੋਲੀ ਨਾਲ ਮਾਰ ਦਿੱਤਾ ਗਿਆ, ਕਿਤੇ ਲੋਕ ਆਪਣਾ ਕੋਈ ਧਾਰਮਿਕ ਪ੍ਰੋਗਰਾਮ ਕਰਦੇ ਸੀ, ਉਹਨਾਂ ਦੇ ਟਰੱਕ ਲੰਘਾ ਦਿੱਤਾ ਗਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਹੁੰਦੀਆਂ ਨੇ, ਲੇਕਿਨ ਇਹ ਜਿਹੜੀ ਹੁਣ ਘਟਨਾ ਹੋਈ, ਅਸੀਂ 21ਵੀਂ ਸਦੀ ਦੇ ਵਿੱਚ ਦਾਖਲ ਹੋ ਚੁੱਕੇ ਹਾਂ। ਮਨੁੱਖ ਚੰਦਰਮਾ ਤੇ ਜਾਂ ਮੰਗਲ ਤੇ ਜਾਣ ਦੇ ਸੁਪਨੇ ਲੈ ਰਿਹਾ, ਲੇਕਿਨ ਅਸੀਂ ਆਪਣੀ ਧਰਤੀ ਤੇ ਅਜੇ ਉਸੇ ਤਰ੍ਹਾਂ ਜਿੱਦਾਂ ਖਰਬੂਜੇ ਦੀਆਂ ਪਹਾੜੀਆਂ ਹੁੰਦੀਆਂ ਨੇ ਤੇ ਵੰਡੇ ਹੋਏ ਹਾਂ ਧਰਮਾਂ ਦੇ ਵਿੱਚ, ਬੋਲੀਆਂ ਦੇ ਵਿੱਚ, ਰੰਗਾਂ ਦੇ ਵਿੱਚ। ਵਾਈਟ ਸੁਪਰਮੇਸੀ ਹੈ, ਇਹ ਜੀ ਕਾਲਾ ਰੰਗ ਹੈ, ਇਸ ਦੀ ਇਹ ਜਾਤ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਨੂੰ ਹਿਲਾ ਕੇ ਰੱਖ ਦਿੰਦੀਆਂ ਨੇ। ਤੋਂ ਇਸ ਘਟਨਾ ਨੇ ਪੂਰੇ ਕੈਨੇਡਾ ਨਿਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ। ਤੇ ਇਹਦੇ ਵਿੱਚ ਜਿਹੜੇ ਮਾਰੇ ਗਏ ਇਹ ਚਾਰ ਲੋਕ ਜਿਹੜੇ ਮਾਰੇ ਗਏ, ਇਹ 3 ਪੀੜ੍ਹੀਆਂ ਸਨ, ਤੇ 3 ਪੀੜ੍ਹੀਆਂ ਦੇ ਵਿੱਚ ਸਲਮਾਨ ਅਫਜ਼ਲ, ਮਦੀਹਾ ਸਲਮਾਨ, ਜਮਨਾ ਸਲਮਾਨ ਅਤੇ ਉਹਨਾਂ ਦੀ ਮਾਂ ਤਲਤ, ਤੇ ਇਹ ਜਿਹੜੇ ਹਨ ਮਾਰੇ ਗਏ। ਤੇ ਜਿਹੜਾ ਬੱਚਾ ਫਿਆਜ਼ ਸੀਗਾ ਉਹ ਜ਼ਖਮੀ ਹੈ, 9 ਸਾਲ ਦਾ ਬੱਚਾ ਹੈ ਜੇ ਉਹ, ਤੇ ਉਹਦਾ ਜੀਵਨ ਪਤਾ ਨਹੀਂ ਕਿਸ ਤਰ੍ਹਾਂ ਲੰਘਣਾ ਹੈ, ਸਾਨੂੰ ਨਹੀਂ ਪਤਾ। ਸੋ ਬੀਤੀ ਰਾਤ ਉੱਥੇ ਬਹੁਤ ਵੱਡਾ ਇਕੱਠ ਹੋਇਆ ਤੇ ਜਿਹਦੇ ਵਿੱਚ ਇਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਕੈਂਡਲ ਲਾਈਟ ਵਿਜ਼ਲ ਹੋਇਆ। ਸੋ ਜਿਹਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਸਾਹਿਬ ਵੀ ਸ਼ਾਮਲ ਹੋਏ। ਸੋ ਇਸੇ ਪ੍ਰਕਾਰ ਐਰਨ ਓਟੂਲ ਜੋ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਉਹ ਵੀ ਸ਼ਾਮਲ ਹੋਏ, NDP ਤੋਂ ਜਗਮੀਤ ਸਿੰਘ ਸ਼ਾਮਲ ਹੋਏ। ਸੋ ਇਸੇ ਤਰ੍ਹਾਂ ਜਿਹੜੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਹੈ ਤੇ ਉੱਥੋਂ ਵੀ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਸਾਹਿਬ ਉਹ ਵੀ ਸ਼ਾਮਲ ਹੋਏ। ਸੋ ਇਸ ਤਰ੍ਹਾਂ NDP ਦੀ ਲੀਡਰ ਐਂਡਰੀਆ ਹਾਰਵਥ ਉਹ ਵੀ ਸ਼ਾਮਲ ਹੋਈ, ਗ੍ਰੀਨ ਪਾਰਟੀ ਦੇ ਲੀਡਰ ਵੀ ਸ਼ਾਮਲ ਹੋਏ। ਸੋ ਕਹਿਣ ਦਾ ਮਤਲਬ ਕਿ ਬਹੁਤ ਸਾਰੇ ਪੋਲੀਟੀਕਲ ਲੀਡਰ ਨੇ ਜਿਹੜੇ ਉਸ ਵਿੱਚ ਸ਼ਾਮਲ ਹੋਏ, ਬਹੁਤ ਸਾਰੇ ਧਾਰਮਿਕ ਨੇਤਾ ਸ਼ਾਮਲ ਹੋਏ। ਸੋ ਜਦੋਂ ਇਸ ਤਰ੍ਹਾਂ ਦਾ ਇਕੱਠ ਹੁੰਦਾ ਹੈ ਸੋ ਪੋਲੀਟੀਕਲ ਲੀਡਰ ਜ਼ੋਰ ਵਜਾ ਕੇ ਇਹਨਾਂ ਦੀ ਨਿਖੇਧੀ ਕਰਦੇ ਨੇ, ਪਰ ਇਹ ਜਿਹੜਾ ਸਮਾਂ ਹੈ ਇਹ ਇਹਨਾਂ ਲੋਕਾਂ ਦੇ ਖਿਲਾਫ ਜਿਹੜੇ ਨਸਲਵਾਦੀ ਨੇ ਸਖਤ ਐਕਸ਼ਨ ਲੈਣ ਦਾ ਜਿਹੜਾ ਸਮਾਂ ਹੈ।
ਸਾਨੂੰ ਕਾਨੂੰਨ ਨੇ ਜਿਹੜੇ ਇਸ ਤਰ੍ਹਾਂ ਦੇ ਸਖਤ ਬਣਾਉਣੇ ਚਾਹੀਦੇ ਨੇ। ਕੋਈ ਬੰਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਹਿੰਮਤ ਨਾ ਕਰ ਸਕੇ ਕਿ ਕੈਨੇਡਾ ਨੂੰ ਬਣਾਉਣ ਦੇ ਵਿੱਚ, ਇਹਨੂੰ ਦੁਨੀਆ ਦਾ ਪਹਿਲੇ ਨੰਬਰ ਦਾ ਮੁਲਕ ਬਣਾਉਣ ਦੇ ਵਿੱਚ ਸਾਡੇ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਭਾਵੇਂ ਉਹ ਕਿਸੇ ਵੀ ਮੁਲਕ ਤੋਂ ਆਏ ਹੋਣ, ਉਹਨਾਂ ਨੂੰ ਘੁੰਮਣ ਫਿਰਨ ਦੀ ਆਜ਼ਾਦੀ, ਉਹਨਾਂ ਨੂੰ ਬੋਲਣ ਦੀ ਆਜ਼ਾਦੀ ਤੇ ਉਹਨਾਂ ਦਾ ਹੱਕ ਹੈ ਜੇ ਉੱਥੋਂ ਦੇ, ਭਾਵੇਂ ਉਹ ਨਾਗਰਿਕ ਹਨ ਜਾਂ ਨਹੀਂ ਹਨ, ਜੇ ਉਹ ਕੈਨੇਡਾ ਦੀ ਧਰਤੀ ਤੇ ਰਹਿੰਦੇ ਨੇ ਤੇ ਉਹ ਸਾਰਿਆਂ ਦਾ, ਕਿਉਂਕਿ ਇਹ ਇੱਕ ਜਿਹੜਾ ਬਹੁਤ ਸੱਭਿਅਕ ਮੁਲਕ ਹੈ। ਸੋ ਅਸੀਂ ਜਿੱਥੇ ਇਸ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ ਕਿ ਬਹੁਤ ਹੀ ਮਾੜੀ ਘਟਨਾ ਹੈ, ਨਹੀਂ ਹੋਣੀ ਚਾਹੀਦੀ, ਤੇ ਉੱਥੇ ਅਸੀਂ ਸਖਤ ਸ਼ਬਦਾਂ ਵਿੱਚ ਜਿਹੜਾ ਕਾਤਲ ਹੈ ਨਥਾਨੀਅਲ ਵੈਲਟਮੈਨ, ਉਹਨੇ ਜੋ ਵੀ ਕੀਤਾ ਹੈ, ਇਸ ਸਮਾਜ ਦੇ ਉੱਪਰ ਇੱਕ ਬਹੁਤ ਵੱਡਾ ਧੱਬਾ ਹੈ ਜੋ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੋ ਇਸ ਜਿਹੀਆਂ ਘਟਨਾਵਾਂ ਲਈ ਕੋਈ ਵੀ ਥਾਂ ਨਹੀਂ ਹੋਣਾ ਚਾਹੀਦਾ ਤੇ ਸਾਨੂੰ ਪੁਰਜ਼ੋਰ ਸ਼ਬਦਾਂ ਵਿੱਚ ਇਹਨਾਂ ਦੀ ਨਿਖੇਧੀ ਕਰਨੀ ਚਾਹੀਦੀ ਹੈ। ਇਸ ਦੇ ਖਿਲਾਫ ਸਖਤ ਸਟੈਂਡ ਲੈਣਾ ਚਾਹੀਦਾ ਹੈ। ਸੋ ਇਹੋ ਜਿਹੀਆਂ ਗੱਲਾਂ ਦੋਸਤੋ ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਹੁੰਦੇ ਹਾਂ ਤਾਂ ਸਾਨੂੰ ਸੋਚ ਕੇ ਦੇਖਣਾ ਚਾਹੀਦਾ ਹੈ। ਇਹ ਅਸੀਂ ਬੱਚਾ ਜਿਹੜਾ 20 ਸਾਲ ਦਾ ਹੈ ਉਹਦੇ ਦਿਮਾਗ ਦੇ ਵਿੱਚ ਆਪਣੇ ਆਪ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਆਉਂਦੀਆਂ, ਤੇ ਮੈਂ ਕਹਿੰਦਾ ਉਹ ਸਾਨੂੰ ਇਹ ਦੇਖਣਾ ਪੈਂਦਾ ਕਿ ਸਾਡੇ ਜਿਹੜੇ ਸੋਸ਼ਲ ਮੀਡੀਆ 'ਤੇ ਅਸੀਂ ਜਿਹੜੇ ਗਰੁੱਪ ਜੁਆਇਨ ਕਰਦੇ ਹਾਂ ਉਹ ਗਰੁੱਪ ਕਿਸ ਤਰ੍ਹਾਂ ਦੇ ਹਨ। ਭਾਵੇਂ ਨਿੱਜੀ ਗੱਲਾਂ ਨੇ, ਲੇਕਿਨ ਇਹ ਚੀਜ਼ਾਂ ਬੱਚਿਆਂ ਨੂੰ ਜਾਂ ਉਹਨਾਂ ਦੀ ਸੰਗਤ ਹੈ ਬਹੁਤ ਪ੍ਰਭਾਵਿਤ ਕਰਦੀ ਹੈ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਮਾਪੇ ਜਦੋਂ ਕਮੈਂਟ ਕਰਦੇ ਨੇ, ਮੈਂ ਆਪਣੀ ਕਮਿਊਨਿਟੀ ਦੀ ਜੇ ਗੱਲ ਕਰਾਂ, ਜਦੋਂ ਅਸੀਂ ਬੱਚਿਆਂ ਸਾਹਮਣੇ ਕਹਿੰਦੇ ਹਾਂ ਕਿ ਉਹ ਅਸੀਂ ਫਲਾਣੀ ਕਮਿਊਨਿਟੀ ਦੇ ਗੁਆਂਢ 'ਚ ਘਰ ਨਹੀਂ ਲੈਣਾ, ਉਹ ਅਸੀਂ ਆਪਣੇ ਨਿਆਣਿਆਂ ਨੂੰ ਫਲਾਣੇ ਰੰਗ ਦੇ ਲੋਕਾਂ ਨਾਲ ਖੇਡਣ ਨਹੀਂ ਦੇਣਾ, ਅਸੀਂ ਫਲਾਣੇ ਲੋਕਾਂ ਕੋਲ ਇਸ ਕਰਕੇ ਘਰ ਨਹੀਂ ਲੈਣਾ ਕਿਉਂਕਿ ਉਹ ਕ੍ਰਿਮੀਨਲ ਹੁੰਦੇ ਨੇ, ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੇ ਨਸਲਵਾਦ ਦੇ ਬੀਜ ਬੀਜਣ ਵਾਲੀਆਂ ਗੱਲਾਂ ਨੇ। ਤੇ ਸਾਡੇ ਜਿਹੜੇ ਸਮਾਜ 'ਚੋਂ ਅਸੀਂ ਆਏ ਹਾਂ ਉੱਥੇ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੀਆਂ ਅਸੀਂ ਜਾਤਾਂ ਦੇ ਵਿੱਚ ਸਮਾਜ ਨੂੰ ਵੰਡਿਆ ਹੈ ਤੇ ਨੀਵੀਆਂ ਜਾਤਾਂ ਨਾਲ ਜਿਹੜਾ ਸਾਡਾ ਵਰਤਾਅ ਹੈ ਉਹ ਕਿਸ ਤਰ੍ਹਾਂ ਦਾ ਰਿਹਾ। ਛੂਤ, ਭਿੱਟ, ਹੱਥ ਨਹੀਂ ਲਾਉਣਾ, ਉਹਨਾਂ ਦੇ ਬਰਤਨ ਨੂੰ ਟੱਚ ਨਹੀਂ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਨੇ, ਭਾਵੇਂ ਹੁਣ ਅਸੀਂ ਉਹ ਦੌਰ ਨੂੰ ਬਹੁਤ ਪਿੱਛੇ ਛੱਡ ਆਏ ਹਾਂ, ਲੇਕਿਨ ਹੁਣ ਜਿੱਥੇ ਅਸੀਂ ਖੜੇ ਹਾਂ ਸਾਨੂੰ ਸਭ ਤੋਂ ਪਹਿਲਾਂ ਇੱਕ ਚੰਗੇ ਇਨਸਾਨ, ਚੰਗੇ ਮਨੁੱਖ ਬਣਨ ਦੀ ਲੋੜ ਹੈ। ਮੈਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਿਹਾ ਸੀ, ਤੁਹਾਡਾ ਧਾਰਮਿਕ ਹੋਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਚੰਗੇ ਇਨਸਾਨ ਨਹੀਂ ਹੈਗੇ। ਸਭ ਤੋਂ ਪਹਿਲਾਂ ਮਨੁੱਖ ਨੂੰ ਇੱਕ ਵਧੀਆ ਮਨੁੱਖ ਬਣਨਾ ਚਾਹੀਦਾ ਹੈ। ਜੇ ਅਸੀਂ ਧਰਤੀ ਨੂੰ ਇੱਕ ਇਸ ਤਰ੍ਹਾਂ ਦਾ ਸਵਰਗ ਬਣਾ ਲਵਾਂਗੇ ਫਿਰ ਅਸੀਂ ਦੂਸਰੇ ਗ੍ਰਹਿਆਂ 'ਤੇ ਵੀ ਜਾਵਾਂਗੇ। ਤਾਂ ਅੱਜ ਜੇ ਅਸੀਂ ਸੁਪਨੇ ਲੈਂਦੇ ਹਾਂ, ਪਹਿਲਾਂ ਸਾਨੂੰ ਇਹ ਤਾਂ ਕਰ ਲੈਣਾ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਇਨਸਾਨ ਤਾਂ ਬਣਾ ਲਈਏ। ਸੋ ਦੋਸਤੋ, ਇਸ ਦੇ ਨਾਲ ਨਾਲ ਆਪਾਂ ਹੋਰ ਖਬਰਾਂ ਵੀ ਸਾਂਝੀਆਂ ਕਰਾਂਗੇ। ਸੋ ਕੈਮਲੂਪਸ ਦੇ ਜਿਹੜਾ ਰੈਜ਼ੀਡੈਂਸ਼ੀਅਲ ਸਕੂਲ ਵਿੱਚੋਂ ਜਿਹੜੇ ਬੱਚਿਆਂ ਦੇ ਪਿੰਜਰ ਸਨ ਉਹ ਮਿਲੇ ਸੀ। ਸੋ ਉਸ ਦਾ ਜਿਹੜਾ ਰੋਸ ਹੈ ਉਹ ਵੱਡੇ ਪੱਧਰ ਤੇ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ। ਸੋ ਜਦੋਂ ਤੁਸੀਂ ਟੋਰਾਂਟੋ ਜਾਂਦੇ ਹੋ ਤੇ ਤੁਹਾਨੂੰ ਵੱਖ-ਵੱਖ ਥਾਵਾਂ ਤੇ ਕਈ ਤਰ੍ਹਾਂ ਦੇ ਬੁੱਤ ਵੇਖਣ ਨੂੰ ਮਿਲਦੇ ਨੇ। ਸੋ ਰਾਇਰਸਨ ਕਾਲਜ ਦੇ ਨੇੜੇ ਜਿਹੜਾ ਹੈਗਾ ਬੁੱਤ ਸੀਗਾ ਆਪਣੇ ਮਿਸਟਰ ਰਾਇਰਸਨ ਦਾ। ਸੋ ਇਹ ਜਿਹੜਾ ਵਿਅਕਤੀ ਸੀ ਤੇ ਇਹ ਜਿਹੜੇ ਕੈਨੇਡੀਅਨ ਰੈਜ਼ੀਡੈਂਸ਼ੀਅਲ ਸਕੂਲ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਡਿਜ਼ਾਈਨ ਕਰਨਾ, ਉਹਨਾਂ ਦਾ ਨਿਰਮਾਣ ਕਰਨਾ, ਤੇ ਇਹ ਜਿਹੜਾ ਮੁੱਖ ਉੱਥੇ ਸੀਗਾ, ਇਹਦਾ ਪੂਰਾ ਨਾਮ ਰਾਇਰਸਨ ਈਗਰਟਨ ਸੀ, ਜੋ 14 ਮਾਰਚ 1803 ਨੂੰ ਜਨਮਿਆ ਤੇ 19 ਫਰਵਰੀ 1882 ਨੂੰ ਇਹਦੀ ਮੌਤ ਹੋ ਗਈ। ਸੋ ਲੋਕਾਂ ਨੇ ਇਸ ਵਿਅਕਤੀ ਨੂੰ ਜ਼ਿੰਮੇਵਾਰ ਦੱਸਿਆ ਜਿਹਨੇ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਉਹ ਕੈਨੇਡਾ ਦੇ ਵਿੱਚ ਸੈੱਟ ਕੀਤਾ। ਸੋ ਲੋਕਾਂ ਨੇ ਇਹਦੇ ਬੁੱਤ ਦੇ ਖਿਲਾਫ ਨਾਅਰੇ ਲਿਖੇ ਤੇ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਇਸ ਬੁੱਤ ਨੂੰ ਇੱਥੋਂ ਹਟਾ ਲਿਆ ਜਾਵੇ। ਗੌਰਮੈਂਟ ਨੂੰ ਕਿਹਾ ਤੇ ਤੋੜਨ ਦੀ ਕੋਸ਼ਿਸ਼ ਕੀਤੀ ਤੇ ਫਾਈਨਲੀ ਜਿਹੜਾ ਬੁੱਤ ਹੈ ਲੋਕਾਂ ਨੇ ਉੱਥੋਂ ਤੋੜ ਦਿੱਤਾ ਜਾਂ ਹਟਾ ਦਿੱਤਾ। ਤੋ ਇਸੇ ਤਰ੍ਹਾਂ ਜਿਹੜੇ ਹੋਰ ਬੁੱਤ ਨੇ ਜਿਹੜੇ ਲੋਕਾਂ ਨੇ ਨਸਲਵਾਦ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਜਾਂ ਇਸ ਤਰ੍ਹਾਂ ਦਾ ਸਿਸਟਮ ਸੈੱਟ ਕੀਤਾ, ਉਹਨਾਂ ਦੇ ਖਿਲਾਫ ਜਿਹੜਾ ਰੋਸ ਹੈ ਉਸੇ ਤਰ੍ਹਾਂ ਜਾਰੀ ਹੈ। ਇਸ ਤਰ੍ਹਾਂ ਇੱਕ ਕੋਈ ਅਲੈਗਜ਼ੈਂਡਰ ਵੁੱਡ ਹੈ, ਉਸ ਦਾ ਬੁੱਤ ਹੈ, ਤਾਂ ਹੁਣ ਲੋਕ ਉਸ ਦੇ ਖਿਲਾਫ ਵੀ ਜਿਹੜੇ ਹਨ ਉਹ ਰੋਸ ਮੁਜ਼ਾਹਰੇ ਕਰ ਰਹੇ ਨੇ ਕਿ ਇਸ ਬੁੱਤ ਨੂੰ ਜਿਹੜਾ ਹਟਾਇਆ ਜਾਵੇ। ਸੋ ਇਸੇ ਤਰ੍ਹਾਂ ਪਿਛਲੇ ਦਿਨੀ ਜਿਹੜਾ ਹੈਗਾ ਆਰਚ ਬਿਸ਼ਪ ਆਫ ਟੋਰਾਂਟੋ, ਉਹਨੇ ਚਰਚ ਵੱਲੋਂ ਮਾਫੀ ਮੰਗੀ ਕਿਉਂਕਿ ਮਿਸ਼ਨਰੀਆਂ ਦਾ ਇਸ ਵਿੱਚ ਬੜਾ ਵੱਡਾ ਹੱਥ ਸੀ। ਸੋ ਇਹ ਧਰਮ ਤੇ ਉਂਗਲ ਸਿੱਧੀ ਹੁੰਦੀ ਹੈ, ਕ੍ਰਿਸਚੀਅਨਟੀ ਤੇ ਉਂਗਲ ਸਿੱਧੀ ਹੁੰਦੀ ਹੈ। ਤੇ ਲੋਕਾਂ ਨੇ ਕਿਹਾ ਸੀਗਾ ਕਿ ਜਿਹੜਾ ਵੈਟੀਕਨ ਦੇ ਵਿੱਚ ਜਿਹੜਾ ਪੋਪ ਹੈ ਤੇ ਫਰਾਂਸਿਸ, ਤੇ ਉਹ ਇਸ ਦੀ ਮਾਫੀ ਮੰਗੇ। ਉਹਨਾਂ ਨੇ ਸਿੱਧੇ ਤੌਰ ਤੇ ਤਾਂ ਮਾਫੀ ਨਹੀਂ ਮੰਗੀ, ਲੇਕਿਨ ਜਿਹੜਾ ਸਾਡੇ ਟੋਰਾਂਟੋ ਦਾ ਇੱਥੇ ਆਰਚ ਬਿਸ਼ਪ ਆਫ ਟੋਰਾਂਟੋ ਹੈ,
ਸੋ ਉਸ ਵੱਲੋਂ ਜਿਹੜੀ ਹੈਗੀ ਆ ਉਹ ਮੁਆਫੀ ਮੰਗੀ ਗਈ ਹੈ ਤਾਂ ਪ੍ਰੇਅਰ ਵੀ ਕੀਤੀ ਗਈ ਹੈ ਉਹਨਾਂ ਬੱਚਿਆਂ ਦੀ ਸ਼ਾਂਤੀ ਲਈ, ਜਾਂ ਕਹਿ ਲਓ ਜਿੰਨੇ ਲੋਕ ਉਸ ਵਕਤ ਜਿਹੜਾ ਜ਼ੁਲਮ ਦਾ ਸ਼ਿਕਾਰ ਹੋਏ। ਲੇਕਿਨ ਜਿਹੜਾ ਪੋਪ ਫਰਾਂਸਿਸ ਹੈ ਉਹਨੇ ਸਿੱਧੇ ਤੌਰ ਤੇ ਭਾਵੇਂ ਮਾਫੀ ਨਹੀਂ ਮੰਗੀ ਚਰਚ ਵੱਲੋਂ, ਲੇਕਿਨ ਉਹਨੇ ਜਿਹੜਾ ਇਹ ਜਿਹੜੀ ਇੱਥੇ ਪ੍ਰੇਅਰ ਹੋਈ ਜਾਂ ਜਿਹੜੀ ਇੱਥੇ ਮਾਫੀ ਮੰਗੀ ਗਈ ਤੇ ਇੱਕ ਟਵੀਟ ਰਾਹੀਂ ਤੇ ਉਹਦੇ ਵਿੱਚ ਜਿਹੜੀ ਆਪਣੀ ਸਹਿਮਤੀ ਹੈ ਉਹ ਜਿਹੜੀ ਪ੍ਰਗਟਾਈ ਹੈ। ਸੋ ਤੁਹਾਨੂੰ ਯਾਦ ਹੋਵੇਗਾ ਕਿ ਚਰਚ ਨੇ ਜਿੰਨੇ ਵਿਗਿਆਨੀ ਸੀਗੇ ਉਹਨਾਂ ਤੇ ਵੀ ਬੜੇ ਜ਼ੁਲਮ ਕੀਤੇ ਨੇ। ਸੋ ਮੈਨੂੰ ਯਾਦ ਹੈ ਕਿ ਇਹਨਾਂ ਨੇ ਗੈਲੀਲੀਓ ਹੋਰ ਜਿਹੜੇ ਬੰਦੇ ਸਨ ਉਹਨਾਂ ਨੂੰ ਵੀ ਸਜ਼ਾਵਾਂ ਦਿੱਤੀਆਂ, ਲੇਕਿਨ ਚਰਚ ਨੇ ਮੈਂ ਉਦੋਂ ਟੋਰਾਂਟੋ ਦੇ ਵਿੱਚ ਹੀ ਸੀਗਾ ਤੇ ਜਦੋਂ ਇਸ ਗੱਲ ਦੀ ਮਾਫੀ ਮੰਗੀ ਸੀ। ਸੋ ਸਾਨੂੰ ਇਸ ਗਲਤੀਆਂ ਜੇ ਹੋਈਆਂ ਨੇ ਤਾਂ ਉਹਨਾਂ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅੱਗੇ ਵਾਸਤੇ ਇਹੋ ਜਿਹੀਆਂ ਗਲਤੀਆਂ ਨਾ ਹੋਣ। ਸੋ ਹੁਣ ਦੋਸਤੋ ਖਬਰ ਆਪਾਂ ਇੱਥੇ ਦੀ ਵੀ ਕਵਰ ਕਰ ਲੈਂਦੇ ਹਾਂ। ਸੋ ਸਾਡੇ ਇੱਥੇ ਅੰਟਾਰੀਓ ਦੇ ਵਿੱਚ ਜਿਹੜਾ ਤਾਲਾਬੰਦੀ ਹੋਈ ਸੀ ਤਾਂ ਉਹਨੂੰ ਹੁਣ ਖੋਲ੍ਹਣ ਦੀਆਂ ਤਿਆਰੀਆਂ ਹੋ ਰਹੀਆਂ ਨੇ। ਉਹਦੇ ਵਿੱਚ ਕਾਫੀ ਢਿੱਲ ਹੈ ਜਿਹੜੀ ਉਹ ਦਿੱਤੀ ਗਈ ਹੈ। ਸੋ ਸਾਡਾ ਜਿਹੜਾ ਅੰਟਾਰੀਓ ਦਾ ਸੂਬਾ ਹੈ ਉਹ ਇਸ ਸ਼ੁੱਕਰਵਾਰ ਨੂੰ ਸਟੈਪ 1 ਦੇ ਵਿੱਚ ਦਾਖਲ ਹੋ ਗਿਆ। ਸਟੈਪ 1 ਦਾ ਮਤਲਬ ਇਹ ਹੈ ਕਿ ਪਿਛਲੇ ਦਿਨ ਜਿਹੜੀ ਸਾਡੀ ਘਰਾਂ ਦੇ ਵਿੱਚ ਬੰਦੀ ਸੀ ਉਹਦੇ ਤੋਂ ਸਾਨੂੰ ਰਾਹਤ ਮਿਲੀ ਸੀ। ਹੁਣ ਇਹਦੇ ਵਿੱਚ ਹੈਗਾ ਕਿ ਤੁਸੀਂ 15% ਤੱਕ 15% ਦੀ ਜਿਹੜੀ ਸਮਰੱਥਾ ਹੈ ਕਿਸੇ ਇਮਾਰਤ ਦੀ, ਉਹਦੇ ਅਨੁਸਾਰ ਤੁਸੀਂ ਉਹਦੇ ਵਿੱਚ ਜਾ ਸਕਦੇ ਹੋ। ਜਿਸ ਤਰ੍ਹਾਂ ਧਾਰਮਿਕ ਅਦਾਰੇ ਹਨ, ਤੁਸੀਂ ਕੋਈ ਵਿਆਹ ਸ਼ਾਦੀ ਕਰਨਾ ਹੈ, ਕੋਈ ਮਰਗ ਦਾ ਸਮਾਗਮ ਹੈ ਤੇ ਜਾਂ ਕੋਈ ਹੋਰ ਤੁਹਾਡੇ ਸਮਾਗਮ ਹਨ, ਉਹਨਾਂ ਦੇ ਵਿੱਚ 15% ਲੋਕ ਹੁਣ ਨੇ ਜਿਹੜੇ ਜਾ ਸਕਦੇ ਨੇ। ਤੇ ਦੂਸਰਾ ਹੈਗਾ ਕਿ ਜਿਹੜੇ ਸਟੋਰ ਪਹਿਲਾਂ ਜਿਹੜੇ ਸੀਗੇ ਨਾਨ ਅਸੈਂਸ਼ੀਅਲ ਗੈਰ ਜ਼ਰੂਰੀ ਵਸਤਾਂ ਵਾਲੇ ਸਟੋਰ ਉਹ ਨਹੀਂ ਸੀ ਖੁੱਲ੍ਹ ਰਹੇ, ਤਾਂ ਹੁਣ ਉਹਨਾਂ ਦੇ ਵਿੱਚ ਵੀ ਹੈ ਜਿਹੜੇ ਉਹ ਸਮਰੱਥਾ ਅਨੁਸਾਰ ਲੋਕ ਜਾ ਸਕਣਗੇ। ਇਸੇ ਪ੍ਰਕਾਰ ਜਿਹੜੇ ਪੈਟੀਓ ਨੇ, ਕਿਉਂਕਿ ਰੈਸਟੋਰੈਂਟ ਬਿਜ਼ਨਸ ਬੁਰੀ ਤਰ੍ਹਾਂ ਤਬਾਹ ਹੋਇਆ ਤੇ ਉਹਨਾਂ ਨੂੰ ਵੀ ਖੋਲ੍ਹਿਆ ਗਿਆ ਹੈ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਇੱਕ ਟੇਬਲ ਦੇ ਉੱਪਰ ਸਿਰਫ 4 ਵਿਅਕਤੀ ਬੈਠ ਸਕਦੇ ਨੇ। ਸੇ ਤੁਸੀਂ ਜਿਹੜਾ ਹੈਗਾ ਕੋਈ ਬਰਥਡੇ ਲਈ ਜਾਂ ਕਿਸੇ ਹੋਰ ਚੀਜ਼ ਲਈ ਬਾਹਰ ਜਾਣਾ ਹੈ ਤਾਂ ਉਹਦੇ ਵਿੱਚ ਤੁਸੀਂ ਜਾ ਸਕਦੇ ਹੋ ਤੇ ਉਸ ਜਿਹੜੇ ਸਰਕਾਰ ਦੇ ਰੂਲ ਨੇ ਉਸ ਅਨੁਸਾਰ। ਸੋ ਇਸੇ ਪ੍ਰਕਾਰ ਦੋਸਤੋ ਜਿਹੜਾ ਟੀਕਾਕਰਨ ਉਹ ਵੱਡੀ ਪੱਧਰ ਤੇ ਹੋ ਰਿਹਾ, ਵੈਕਸੀਨ ਵੱਡੀ ਪੱਧਰ ਤੇ ਲੱਗ ਰਹੀ ਆ ਤੇ ਨਾਲ ਦੀ ਨਾਲ ਜਿਹੜਾ ਕੇਸ ਨੇ ਇੱਥੋਂ ਦੇ ਜਿਹੜੇ ਉਹਨਾਂ ਦੇ ਵਿੱਚ ਬੜੀ ਗਿਰਾਵਟ ਆਈ ਆ। ਹੁਣ ਜਿਹੜੇ ਪੋਜ਼ਿਟਿਵ ਕੇਸ ਨੇ ਉਹ ਘਟ ਕੇ 200-300 ਤੱਕ ਆ ਗਏ ਨੇ। ਸਾਡੇ ਇੱਥੇ ਪੀਲ ਹਲਕੇ ਦੇ ਵਿੱਚ ਤਾਂ ਹੁਣ ਇਹ ਜਦੋਂ ਮੈਂ ਪ੍ਰੋਗਰਾਮ ਕਰ ਰਿਹਾ 72-73 ਇੰਨੇ ਕੁ ਰਹਿ ਗਏ ਨੇ। ਸੋ ਉਮੀਦ ਕਰਦਾ ਹਾਂ ਕਿ ਜਲਦੀ ਹੀ ਜਿਹੜਾ ਨੋਰਮਲ ਲਾਈਫ ਆ ਉਹ ਸ਼ੁਰੂ ਹੋ ਜਾਏਗੀ। ਸੋ ਸੋਮਵਾਰ 14 ਜੂਨ ਤੋਂ ਤੇ ਜਿਹੜੇ ਸਾਡੇ ਡਰਾਈਵ ਟੈਸਟ ਸੈਂਟਰ, ਕਿਉਂਕਿ ਮੇਰਾ ਡਰਾਈਵਿੰਗ ਸਕੂਲ ਹੈ ਤਾਂ ਉਹਦੇ ਵਿੱਚ ਮੈਂ ਇਹ ਖਬਰ ਵੀ ਤੁਹਾਡੇ ਨਾਲ ਦੱਸ ਦੇਵਾਂ ਤੇ ਤੁਹਾਡੇ ਬਹੁਤ ਸਾਰੇ ਫੋਨ ਮੇਜਰ ਡਰਾਈਵਿੰਗ ਸਕੂਲ ਨੂੰ ਆਉਂਦੇ ਰਹਿੰਦੇ ਨੇ ਤਾਂ ਇਸ ਨੂੰ ਪੁੱਛਣ ਲਈ। ਸੋ ਮੈਂ ਸੋਚਦਾ ਹਾਂ ਕਿ ਇਹ ਵੀ ਤੁਹਾਡੇ ਨਾਲ ਗੱਲ ਸਾਂਝੀ ਕਰ ਲਵਾਂ। ਸੋ 14 ਜੂਨ ਤੋਂ ਤੁਸੀਂ ਆਪਣਾ G1 ਤੇ G2 ਰੋਡ ਟੈਸਟ ਬੁੱਕ ਕਰਵਾ ਸਕੋਗੇ, ਪਰ ਕੋਸ਼ਿਸ਼ ਕਰਨਾ ਕਿ ਤੁਹਾਨੂੰ ਬਹੁਤ ਮਿਹਨਤ ਨਾਲ ਹੀ ਮਿਲੇਗਾ ਕਿਉਂਕਿ ਬਹੁਤ ਸਾਰੀ ਜਿਹੜੀ ਬੈਕਲੌਗ ਹੈ ਉਹ ਪਈ ਹੈ। ਤੁਸੀਂ drivtest.ca ਤੇ ਜਾ ਕੇ ਆਪਣਾ ਜਿਹੜਾ ਤੁਹਾਡਾ ਟੈਸਟ ਹੁਣ ਖੁੰਝ ਗਿਆ ਜਾਂ ਨਹੀਂ ਹੋ ਸਕਿਆ ਉਹਨੂੰ ਹੁਣ ਤੁਸੀਂ ਬੁੱਕ ਕਰਾ ਸਕਦੇ ਹੋ ਤੇ 14 ਤਰੀਕ ਤੋਂ ਜਿਹੜੇ ਹੈਗੇ ਨੇ ਓਨਟਾਰੀਓ ਦੇ ਵਿੱਚ ਰੋਡ ਟੈਸਟ ਸ਼ੁਰੂ ਹੋ ਜਾਣਗੇ। ਇੱਕ ਹੋਰ ਐਲਾਨ ਅਨੁਸਾਰ ਤੇ ਜੇਕਰ ਤੁਸੀਂ ਕੈਨੇਡੀਅਨ ਨਾਗਰਿਕ ਹੋ ਜਾਂ ਪੱਕੇ ਨਿਵਾਸੀ ਹੋ ਭਾਵ PR ਹੋ ਤੇ ਤੁਹਾਡੇ ਵੈਕਸੀਨ ਦੀਆਂ ਦੋਨੋਂ ਡੋਜ਼ੇਜ ਲੱਗੀਆਂ ਹੋਈਆਂ, ਤੁਸੀਂ ਫੁੱਲੀ ਵੈਕਸੀਨੇਟਡ ਹੋ ਤੇ ਫਿਰ ਤੁਹਾਨੂੰ ਟਰੈਵਲ ਕਰਨ ਦੀ ਆਗਿਆ ਹੈ ਤੇ ਤੁਹਾਨੂੰ ਵਾਪਸ ਆ ਕੇ ਕੁਆਰੰਟੀਨ ਕਰਨਾ ਜਾਂ ਹੋਟਲ ਵਿੱਚ ਰਹਿਣ ਦੀ ਜਿਹੜੀ ਅੱਗੇ ਮਜਬੂਰੀ ਸੀ ਉਹਦੇ ਤੋਂ ਤੁਹਾਨੂੰ ਰਾਹਤ ਦਿੱਤੀ ਗਈ ਹੈ। ਸੋ ਹੁਣ ਜਦੋਂ ਤੁਸੀਂ ਜਾਓ ਤੇ ਇਹਦਾ ਪਤਾ ਕਰ ਲੈਣਾ, ਮਤਲਬ ਮੇਕ ਸ਼ੋਰ ਕਰਨਾ ਕਿ ਤੁਹਾਡੇ ਕੋਲ ਕੋਈ ਇਸ ਗੱਲ ਦਾ ਸਬੂਤ ਹੋਵੇ ਕਿ ਜਿਹੜੀਆਂ ਕੈਨੇਡਾ ਦੀ ਗੌਰਮੈਂਟ ਨੇ ਪ੍ਰਵਾਨ ਕੀਤੀਆਂ ਹੋਈਆਂ ਵੈਕਸੀਨਸ ਨੇ ਉਹ ਤੁਹਾਡੇ ਦੋਨੋਂ ਡੋਜ਼ਸ ਲੱਗੀਆਂ ਹੋਣੀਆਂ ਚਾਹੀਦੀਆਂ ਨੇ ਤੇ ਫਿਰ ਤੁਹਾਨੂੰ ਜਿਹੜੀ ਇਸ ਪਾਬੰਦੀ ਤੋਂ ਰਾਹਤ ਮਿਲ ਸਕਦੀ ਹੈ। ਸੋ ਦੋਸਤੋ ਪੰਜਾਬ ਦੀਆਂ ਖਬਰਾਂ ਜਦੋਂ ਮੈਂ ਦੇਖਦਾ ਹਾਂ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਲੀਡਰਾਂ ਦੀਆਂ ਡੱਡੂ ਟਪੂਸੀਆਂ ਨੇ ਉਹਨਾਂ ਨੇ ਜਿਹੜਾ ਹੈਗਾ ਉਹ ਡੱਡੂਆਂ ਨੂੰ ਵੀ ਮਾਤ ਪਾ ਦਿੱਤਾ ਤੇ ਜਾਂ ਇਹ ਕਹਿ ਲਓ ਕਿ ਗਿਰਗਟ ਵੀ ਸ਼ਰਮਿੰਦਾ ਹੋ ਗਏ ਜਾਪਦੇ ਨੇ ਕਿਉਂਕਿ ਵੋਟਾਂ ਨੇੜੇ ਆ ਰਹੀਆਂ ਨੇ। ਤਾਂ ਜਿੱਦਾਂ ਇਹ ਲੋਕ ਇੱਧਰੋਂ ਉੱਧਰ ਛਾਲਾਂ ਮਾਰ ਰਹੇ ਨੇ ਇਹ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੈ ਤੇ ਸਾਨੂੰ ਇਹ ਲੋਕ ਹਮੇਸ਼ਾ ਹੀ ਇਮੋਸ਼ਨਲੀ ਬਲੈਕਮੇਲ ਕਰਦੇ ਨੇ। ਅਸੀਂ ਪ੍ਰਵਾਸ ਦੇ ਵਿੱਚ ਬੈਠੇ ਜਿਹੜੇ ਦਿਨ ਰਾਤ ਮਿਹਨਤ ਕਰਦੇ ਹਾਂ
ਅਸੀਂ ਸੋਚਦੇ ਹੁੰਦੇ ਹਾਂ ਕਿ ਚਲੋ ਕੋਈ ਭਵਿੱਖ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਪਾਰਟੀ ਆਵੇ ਜਿਹੜੇ ਲੋਕਾਂ ਦੇ ਜੀਵਨ, ਸਾਡੇ ਭੈਣ ਭਰਾ ਜਿਹੜੇ ਪਿੱਛੇ ਰਹਿ ਗਏ, ਜਿਹੜੇ ਇਹਨਾਂ ਮੁਲਕਾਂ 'ਚ ਨਹੀਂ ਆ ਸਕੇ, ਉਹਨਾਂ ਦੇ ਜੀਵਨ ਨੂੰ ਕੋਈ ਵਧੀਆ ਜਿਹੜਾ ਹੈ ਉਹ ਮਦਦ ਮਿਲੇ। ਤਾਂ ਅਸੀਂ ਇਹਨਾਂ ਲੋਕਾਂ ਦੀ ਮਦਦ ਕਰਦੇ ਹਾਂ, ਪੈਸੇ ਪੱਖੋਂ ਵੀ ਕਰਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ। ਅੱਜ ਵੀ ਇਹ ਹਰੇਕ ਵਾਰ ਜਿਹੜਾ ਹੈ ਸਾਡੇ ਨਾਲ ਧੋਖਾ ਹੋ ਜਾਂਦਾ। ਤਾਂ ਗਾਹਾਂ ਤੋਂ ਤੁਹਾਨੂੰ ਬਹੁਤ ਸਿਆਣੇ ਰਹਿਣਾ ਪਵੇਗਾ, ਕਿਉਂਕਿ ਇਹ ਲੋਕ ਨੇ ਜਿਹੜੇ ਸਿਆਸੀ ਪਾਰਟੀਆਂ ਦੇ ਲੀਡਰ, ਇਹਨਾਂ ਦੇ ਬਿਜ਼ਨਸ, ਇਹਨਾਂ ਦੇ ਚਾਹੇ ਸ਼ਰਾਬ ਦੇ ਬਿਜ਼ਨਸ ਨੇ, ਚਾਹੇ ਇਹਨਾਂ ਦੀਆਂ ਫੈਕਟਰੀਆਂ ਨੇ, ਇਹ ਸਾਂਝੀਆਂ ਹੁੰਦੀਆਂ ਨੇ, ਇਹ ਅੰਦਰੋਂ ਰਲ ਜਾਂਦੇ ਨੇ। ਇਹਨਾਂ ਨੂੰ ਪਤਾ ਹੁੰਦਾ ਹੈ ਕਿ ਦੂਜੀ ਪਾਰਟੀ ਦਾ ਬੰਦਾ ਜਿਹਦੇ ਨਾਲ ਮੇਰੇ ਬਿਜ਼ਨਸ ਦੀ ਸਾਂਝ ਹੈ, ਜੇ ਉੱਥੇ ਇਲੈਕਸ਼ਨ 'ਚ ਖੜਾ ਤਾਂ ਉਹਦੇ ਖਿਲਾਫ ਅਸੀਂ ਕਮਜ਼ੋਰ ਬੰਦਾ ਕਢਾ ਦਈਏ ਤਾਂ ਕਿ ਉਹ ਵੀ ਜਿੱਤ ਜਾਵੇ। ਤੇ ਆਪਸ 'ਚ ਸਾਰੇ ਰਲੇ ਮਿਲੇ ਹੁੰਦੇ ਨੇ, ਤਾਂ ਇਸੇ ਕਰਕੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਤੇ ਜਿਹੜੀ ਪਾਰਟੀ ਨੂੰ ਇੱਕ ਰਾਤ ਪਹਿਲਾਂ ਗਾਲਾਂ ਕੱਢਦੇ ਹੁੰਦੇ ਨੇ, ਦੂਸਰੇ ਦਿਨ ਉਹਦੀਆਂ ਸਿਫਤਾਂ ਕਰ ਰਹੇ ਹੁੰਦੇ ਨੇ। ਤੇ ਇਹ ਜਿਹੜੇ ਗਿਰਗਟ ਨੇ, ਇਹਨਾਂ ਤੋਂ ਦੋਸਤੋ ਬਚ ਕੇ ਰਹਿਣਾ ਪਊਗਾ। ਇਹ ਜਿੰਨਾ ਚਿਰ ਲੋਕ ਆਪ ਖੁਦ ਸਿਆਣੇ ਨਹੀਂ ਹੁੰਦੇ, ਕਿਉਂਕਿ ਤੁਹਾਡੇ ਕੋਲ ਵੋਟਾਂ ਦੀ ਪਾਵਰ ਹੈ, ਤੇ ਜੇ ਤੁਸੀਂ ਵੋਟਾਂ ਵੇਚਣੀਆਂ ਹੀ ਨੇ, ਜਿਵੇਂ ਪਿਛਲੇ ਦਿਨੀ ਪੜ੍ਹਨ ਨੂੰ ਮਿਲਿਆ ਵੀ ਐਤਕੀ ਤਾਂ ਆਖੇ ਅੰਗਰੇਜ਼ੀ ਸ਼ਰਾਬ ਦੀ ਪੇਟੀ ਤੋਂ ਬਿਨਾਂ ਵੋਟ ਨਹੀਂ ਪਾਉਣੀ, ਇਹ ਕੋਈ ਗੱਲ ਹੋਈ? ਤੇ ਤੁਹਾਡੀ ਕੀਮਤ ਸਿਰਫ ਇਹੀ ਰਹਿ ਗਈ ਕਿ ਤੁਸੀਂ ਸ਼ਰਾਬ ਪਿੱਛੇ ਜਾਂ ਔਰਤਾਂ ਸੂਟਾਂ ਪਿੱਛੇ ਜਾਂ ਕੁਛ ਪੈਸਿਆਂ ਪਿੱਛੇ ਵਿਕ ਜਾਓ ਤੇ ਆਪਣੀ ਵੋਟ ਵੇਚ ਦਿਓ, ਤੇ ਮੁੜ ਕੇ ਫਿਰ ਤੁਹਾਨੂੰ ਇਤਰਾਜ਼ ਕਰਨ ਦਾ ਕੋਈ ਹੱਕ ਨਹੀਂ। ਅੱਜ ਜੇ ਤੁਸੀਂ ਸੜਕਾਂ ਤੇ ਰੁਲ ਰਹੇ ਹੋ, ਅੱਜ ਜੇ ਤੁਹਾਡੇ ਬੱਚਿਆਂ ਦਾ ਭਵਿੱਖ ਤਬਾਹ ਕਰ ਦਿੱਤਾ ਗਿਆ, ਤੇ ਸਾਰਾ ਪੰਜਾਬ ਤਾਂ ਬਾਹਰ ਆਉਣੋਂ ਰਿਹਾ। ਤੇ ਜਿਸ ਹਿਸਾਬ ਨਾਲ ਤੁਸੀਂ ਬਾਹਰ ਆ ਰਹੇ ਹੋ, ਤਾਂ ਇਸ ਤਰ੍ਹਾਂ ਤਾਂ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਕਿਸੇ ਨੇ ਰਹਿਣਾ ਹੀ ਨਹੀਂ। ਪਹਿਲਾਂ ਅਸੀਂ ਆਏ ਸੀ, ਸਾਡੀ ਪੀੜ੍ਹੀ ਆਈ ਸੀ, ਤਾਂ ਹੁਣ ਤਾਂ ਮੇਰਾ ਖਿਆਲ ਆ ਕੋਈ ਘਰ ਇਹੋ ਜਿਹਾ ਹੋਣਾ ਹੀ ਨਹੀਂ। ਤੇ ਜਿਹੜਾ ਵਿਦਿਆਰਥੀ ਬਣ ਕੇ ਬਾਹਰ ਨਹੀਂ ਆ ਰਿਹਾ, ਤਾਂ ਦੋਸਤੋ ਇਹ ਸਾਨੂੰ ਸੋਚਣਾ ਪਵੇਗਾ, ਇਹ ਅਸੀਂ ਹੀ ਸਾਰਾ ਕੁਝ ਕਰ ਸਕਦੇ ਹਾਂ। ਤੇ ਦੂਸਰਾ, ਜਦੋਂ ਅਸੀਂ ਬੱਚਾ ਬਾਹਰ ਭੇਜਦੇ ਹਾਂ, ਤੇ ਉਸ ਦੇ ਵਕਤ ਸਾਨੂੰ ਜਿਹੜਾ ਇੱਥੋਂ ਦਾ ਸਿਸਟਮ ਹੈ, ਇਹਦੀ ਸਟੱਡੀ ਕਰਨੀ ਚਾਹੀਦੀ ਹੈ। ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ ਸਾਡੇ ਇੱਕ ਦੋਸਤ ਨੇ, ਇਕਬਾਲ ਸੋਨੀ ਸਮਰਾਲੇ ਵਾਲੇ, ਉਹਨਾਂ ਨੇ ਕਿਹਾ ਕਿ ਤੁਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਵੀ ਜ਼ਰੂਰ ਗੱਲ ਕਰੋ। ਸੋ ਮੈਂ ਦੋਸਤੋ ਇੱਥੇ ਜਿੱਥੇ ਰਹਿਣਾ ਹਾਂ, ਇੱਥੇ ਸ਼ੈਡੀਅਨ ਕਾਲਜ ਦੇ ਆਲੇ ਦੁਆਲੇ ਵਿਦਿਆਰਥੀਆਂ ਦਾ ਕਾਫੀ ਇਸ ਏਰੀਏ ਦੇ ਵਿੱਚ ਮਾਹੌਲ ਹੈ, ਤਾਂ ਅਸੀਂ ਉਹਨਾਂ ਨੂੰ ਦੇਖਦੇ ਰਹਿੰਦੇ। ਮੈਂ ਤਾਂ ਇਹੀ ਕਹੂੰਗਾ ਕਿ ਜਦੋਂ ਤੁਸੀਂ ਆਪਣਾ ਬੱਚਾ ਭੇਜਦੇ ਹੋ, ਜਿੱਥੇ ਤੁਸੀਂ ਆਪਣਾ ਬੱਚਾ ਭੇਜਦੇ ਹੋ, ਪਹਿਲਾਂ ਉੱਥੋਂ ਦੇ ਸਿਸਟਮ ਦੀ, ਉੱਥੋਂ ਦੇ ਪ੍ਰਬੰਧ ਦੀ ਪੂਰੀ ਜਾਣਕਾਰੀ ਲਓ ਕਿ ਤੁਹਾਡੇ ਬੱਚੇ ਨੇ ਕਿੱਥੇ ਜਾ ਕੇ ਰਹਿਣਾ ਹੈ, ਕਿੰਨਾ ਤੁਹਾਡੇ ਬੱਚੇ ਦਾ ਖਰਚਾ ਹੈ। ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਬੱਚਾ ਭੇਜਦੇ ਹੋ, ਤੇ ਬੱਚੇ ਨੇ ਤੁਹਾਡੇ ਨੇ ਆ ਕੇ ਇੱਥੇ ਇੱਕਦਮ ਦਰਖਤਾਂ ਨਾਲੋਂ ਪੈਸੇ ਨਹੀਂ ਤੋੜ ਲੈਣੇ, ਤੇ ਉਹਨੂੰ ਜੌਬ ਕਰਨੀ ਪੈਣੀ ਹੈ। ਜੌਬ ਉਹ ਤਾਂ ਹੀ ਕਰ ਸਕਦਾ ਹੈ ਤੇ ਜੇ ਉਹਦੇ ਕੋਲ ਪ੍ਰੋਪਰ ਆਈਡੀਜ਼ ਹੈਗੀਆਂ, ਜੇ ਉਹਦਾ ਹੈਲਥ ਕਾਰਡ ਬਣਿਆ ਹੋਇਆ, ਤੇ ਜੇ ਉਹਦੇ ਕੋਲ ਵਰਕ ਪਰਮਿਟ ਹੈ, ਤਾਂ ਹੀ ਉਸਨੂੰ ਜੌਬ ਮਿਲੇਗੀ। ਤੇ ਕਿੰਨੀ ਮਿਲੇਗੀ? 20 ਘੰਟੇ। 20 ਘੰਟੇ ਤੋਂ ਵੱਧ ਉਹਨੂੰ ਕੰਮ ਨਹੀਂ ਮਿਲਣਾ ਹੈਗਾ। ਤੇ ਜੀ 20 ਘੰਟੇ ਨਾਲ ਸਿਰਫ ਉਹਦੀ ਗਰੋਸਰੀ ਤੇ ਕਮਰੇ ਦਾ ਕਿਰਾਇਆ ਹੀ ਪੂਰਾ ਹੋ ਜਾਵੇ, ਇਹੀ ਬਹੁਤ ਹੈ। ਤੋ ਇਹੀ ਕਾਰਨ ਹੈ ਕਿ ਇੰਨੇ ਬੱਚੇ ਇਕੱਠੇ ਹੋ ਕੇ ਰਹਿੰਦੇ ਨੇ ਤਾਂ ਕਿ ਖਰਚਾ ਬਚਾਇਆ ਜਾ ਸਕੇ। ਸੋ ਪੇਰੈਂਟਸ ਕਈ ਵਾਰ ਇਹ ਸੋਚਦੇ ਨੇ ਕਿ ਹੁਣ ਤਾਂ ਮੈਂ ਬੱਚਾ ਕੈਨੇਡਾ ਭੇਜਤਾ, ਤਾਂ ਉਹ ਆਪਣੇ ਵੀ ਖਰਚੇ ਪੂਰੇ ਕਰੇ ਤੇ ਸਾਨੂੰ ਪਿੱਛੇ ਵੀ ਪੈਸੇ ਭੇਜੇ। ਸੋ ਦੋਸਤੋ, ਇਹਨਾਂ ਚੀਜ਼ਾਂ ਨੂੰ ਤੁਸੀਂ ਕਿਸੇ ਨਾਲ ਕੰਸਲਟ ਕਰ ਲਓ ਤੇ ਚੰਗੀ ਤਰ੍ਹਾਂ ਜਾਣਕਾਰੀ ਲੈ ਲਓ, ਤਾਂ ਕਿ ਤੁਹਾਡੇ ਕੋਈ ਬੱਚਾ, ਬੇਟੀਆਂ ਇਸ ਮਾਹੌਲ 'ਚ ਆ ਕੇ ਨਾ ਰੁਲਣ। ਜਦੋਂ ਤੁਹਾਡੇ ਕੋਲ ਇੱਕ ਕਲੀਅਰ ਪਿਕਚਰ ਹੋਵੇਗੀ, ਤੇ ਤਾਂ ਹੀ ਜਿਹੜਾ ਹੈਗਾ ਇਹ ਜਿਹੜਾ ਇਹਨਾਂ ਦਾ ਜਿਹੜਾ ਜੀਵਨ ਆ ਉਹ ਬਿਹਤਰ ਹੋ ਸਕਦਾ ਹੈ। ਤੇ ਇਹ ਬੱਚਿਆਂ ਨੂੰ ਸਮਝਾ ਕੇ ਭੇਜੋ ਕਿ ਉੱਥੇ ਜਾ ਕੇ ਦਿਖਾਵੇ ਦੀ ਦੁਨੀਆ 'ਚ ਨਾ ਪੈਣ ਕਿ ਹਾਂਜੀ ਮੈਂ ਮਹਿੰਗੀ ਤੋਂ ਮਹਿੰਗੀ ਕਾਰ ਲੈਣੀ ਆ। ਹਾਂ, ਜਦੋਂ ਕੁਝ ਬਣ ਜਾਣ, ਉਹਨਾਂ ਦੀ ਸਟੱਡੀ ਪੂਰੀ ਹੋ ਜਾਵੇ, ਚੰਗੀਆਂ ਜੋਬਾਂ ਮਿਲ ਜਾਣ, ਫਿਰ ਉਹ ਜੋ ਕੁਝ ਮਰਜ਼ੀ ਕਰ ਲੈਣ। ਸੋ ਉਮੀਦ ਕਰਦਾ ਹਾਂ, ਕਿਉਂਕਿ ਬੱਚੇ ਸਾਡੇ ਆਪਣੇ ਹੀ ਨੇ, ਆਪਣੇ ਰਿਸ਼ਤੇਦਾਰਾਂ ਦੇ ਨੇ, ਆਪਾਂ ਚਾਹੁੰਦੇ ਹਾਂ ਕਿ ਇਹਨਾਂ ਦੀ ਜਿਹੜੀ ਬਿਹਤਰ ਲਾਈਫ ਹੋਵੇ। ਤਾਂ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਬੱਚੇ ਵੱਧ ਤੋਂ ਵੱਧ ਇਹਨਾਂ ਮੁਲਕਾਂ ਦੇ ਵਿੱਚ ਆਉਣ, ਆਪਣੀ ਸਟੱਡੀ ਪੂਰੀ ਕਰਨ, ਤੇ ਇੱਥੇ ਜਿਹੜੀਆਂ ਚੰਗੀਆਂ ਜੋਬਾਂ ਨੇ ਉਹ ਲੈਣ। ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਇਹਦੇ ਬਾਰੇ ਹੋਰ ਵੀ ਗੱਲਾਂ ਕਰਾਂਗੇ। ਤੁਹਾਡਾ ਕੋਈ ਬੱਚਾ ਇੱਧਰ ਹੈਗਾ, ਤੁਸੀਂ ਕੋਈ ਕੁਐਸਚਨ ਪੁੱਛਣਾ ਹੈ, ਜਾਂ ਤੁਸੀਂ ਐਜ ਏ ਵਿਜ਼ਟਰ ਆਉਣਾ ਹੈ, ਮੈਂ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਤਾਂ ਨਹੀਂ ਹੈਗਾ, ਲੇਕਿਨ ਫਿਰ ਵੀ ਜਿਹੜਾ ਅਸੀਂ ਸਮਾਜ ਨੂੰ ਦੇਖਦੇ ਹਾਂ, ਤਾਂ ਉਹਦੇ ਅਨੁਸਾਰ ਮੈਂ ਤੁਹਾਨੂੰ ਉੱਤਰ ਦੇ ਸਕਦਾ ਹਾਂ। ਤਾਂ ਜਿਨ੍ਹਾਂ ਨੇ ਦੋਸਤਾਂ ਨੇ ਸਾਨੂੰ ਫੋਨ ਕਰਕੇ, ਮੈਸੇਜ ਭੇਜ ਕੇ ਇਸ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਜਾਂ ਸਾਡੀ ਹੌਸਲਾ ਅਫਜ਼ਾਈ ਕੀਤੀ, ਉਹਨਾਂ ਦਾ ਅਸੀਂ ਧੰਨਵਾਦ ਹਮੇਸ਼ਾ ਕਰਦੇ ਹਾਂ। ਸੋ ਰਾਜਪ੍ਰੀਤ ਧਾਲੀਵਾਲ ਯੂਕੇ ਤੋਂ ਉਹ ਸਾਨੂੰ ਸੰਦੇਸ਼ ਭੇਜਦੇ ਨੇ। ਸੁਖਦੇਵ ਸਿੰਘ ਸਮਰਾ ਸਾਹਿਬ ਸਾਡੇ ਬਰੈਂਪਟਨ ਤੋਂ ਉਹ ਵੀ ਹਰ ਵਾਰੀ ਸਾਨੂੰ ਹੌਸਲਾ ਅਫਜ਼ਾਈ ਦਿੰਦੇ ਨੇ। ਹਿੰਮਤ ਸਿੰਘ ਕੈਲੀਫੋਰਨੀਆ ਤੋਂ, ਇਕਬਾਲ ਸਿੰਘ ਸੋਨੀ ਸਮਰਾਲਾ ਤੋਂ, ਤੇ ਇਸੇ ਤਰ੍ਹਾਂ ਬਲਜੀਤ ਕੌਰ ਜੀ ਦਿੱਲੀ ਤੋਂ, ਉਹ ਵੀ ਸਾਨੂੰ ਫੋਨ ਕਰਕੇ ਅਕਸਰ ਪ੍ਰੋਗਰਾਮ ਤੇ ਪੂਰੀ ਜਿਹੜੀ ਹੈਗੀ ਉਹ ਡਿਸਕਸ਼ਨ ਕਰਦੇ ਨੇ। ਤੇ ਜਸਵਿੰਦਰ ਸਿੰਘ ਮਾਂਗੜ ਸਾਹਿਬ,
ਉਹਨਾਂ ਦਾ ਵੀ ਧੰਨਵਾਦ, ਉਹ ਵੀ ਸਾਨੂੰ ਜਿਹੜਾ ਹੈਗਾ ਸੰਦੇਸ਼ ਭੇਜਦੇ ਨੇ। ਤੋਂ ਇਸੇ ਤਰ੍ਹਾਂ ਹਰਜੀਤ ਸਿੰਘ ਦਿਓਲ ਸਾਹਿਬ ਜੋ ਹਮੇਸ਼ਾ ਹੀ ਫੇਸਬੁੱਕ ਤੇ ਜਾ ਕੇ ਜਾਂ YouTube ਤੇ ਜਾ ਕੇ ਸੰਦੇਸ਼ ਵੀ ਲਿਖਦੇ ਨੇ ਤੇ ਨਾਲ ਸਾਡੀ ਹੌਸਲਾ ਅਫਜ਼ਾਈ ਵੀ ਕਰਦੇ ਨੇ। ਤੋਂ ਦਿਓਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਪ੍ਰੋਗਰਾਮ ਦਾ ਸਮਾਂ ਸਮਾਪਤੀ ਵੱਲ ਹੈ ਤੇ ਇੱਥੇ ਮੈਂ ਇਹੀ ਕਹੂੰਗਾ ਕਿ ਇੱਕ ਤਾਂ ਜਿਹੜਾ ਹੈਗਾ ਤੇ ਉਹ ਨਸਲਵਾਦ ਜਿਹੜਾ ਸਾਡੇ 'ਚ ਵੀ ਵਿਤਕਰਾ ਪਿਆ ਕਿ ਫਲਾਣੇ ਧਰਮ ਦਾ ਬੰਦਾ ਐ, ਫਲਾਣੀ ਜਾਤ ਦਾ ਬੰਦਾ ਐ, ਅਸੀਂ ਉੱਥੇ ਨਹੀਂ ਸ਼ਾਦੀ ਕਰਨੀ, ਅਸੀਂ ਐ ਨਹੀਂ ਕਰਨਾ, ਅਸੀਂ ਫਲਾਣੇ ਦੇ ਕੋਲ ਘਰ ਨਹੀਂ ਲੈਣਾ। ਇਹ ਸਾਰੀਆਂ ਚੀਜ਼ਾਂ ਪਹਿਲਾਂ ਸਾਨੂੰ ਆਪਣੇ ਦਿਮਾਗ 'ਚੋਂ ਕੱਢਣੀਆਂ ਪੈਣਗੀਆਂ। ਸੋ ਇਸ ਮੁਲਕ ਦੇ ਵਿੱਚ ਜਿਹਦੇ ਵਿੱਚ ਤੁਸੀਂ ਆਏ ਹੋ, ਜੇ ਇੱਥੇ ਤੁਹਾਡੇ ਨਾਲ ਨਸਲਵਾਦ ਹੁੰਦਾ ਹੈ, ਇੱਕਦਮ ਖਤਮ ਨਹੀਂ ਹੋਣਾ, ਇਹ ਹਿਡਨ ਰੂਪ ਦੇ ਵਿੱਚ ਰਹਿਣਾ ਹੈ ਤੇ ਏਡੀ ਛੇਤੀ ਸਾਨੂੰ ਪ੍ਰਵਾਨਗੀ ਨਹੀਂ ਮਿਲਣੀ। ਸੋ ਇਹ ਸਾਨੂੰ ਬਿਲਕੁਲ ਇਹਦੇ ਖਿਲਾਫ ਡਟ ਕੇ ਖੜਨਾ ਪਵੇਗਾ ਤੇ ਉਸ ਪਰਿਵਾਰ ਦੇ ਹੱਕ ਦੇ ਵਿੱਚ ਸਾਨੂੰ ਖੜਨਾ ਪਵੇਗਾ, ਕਿਉਂਕਿ ਇਹ ਘਟਨਾ ਅੱਜ ਇੱਕ ਪਰਿਵਾਰ ਨਾਲ ਹੋਈ ਹੈ ਤੇ ਕੱਲ੍ਹ ਨੂੰ ਇਹ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ। ਸੋ ਬੱਚਿਆਂ ਨੂੰ ਬਾਹਰਲੇ ਮੁਲਕ ਭੇਜਣ ਤੋਂ ਪਹਿਲਾਂ ਤੇ ਉਹਨਾਂ ਮੁਲਕਾਂ ਦੀ, ਉੱਥੋਂ ਦੇ ਸਿਸਟਮ ਦੀ ਸਟੱਡੀ ਕਰੋ ਤੇ ਦੇਖੋ ਕਿ ਤੁਹਾਡਾ ਬੱਚਾ ਜਿਹੜਾ ਉਹ ਖਰਚੇ ਜਿਹੜਾ ਹੈਗਾ ਉਹ ਚੁੱਕ ਸਕਦਾ ਹੈ ਤਾਂ ਉਹਦੇ ਸਾਧਨ ਕੀ ਨੇ, ਉਹਦੀ ਇਨਕਮ ਕਿੱਥੋਂ ਆਉਣੀ ਹੈ, ਤੁਸੀਂ ਦੇਣੀ ਹੈ ਜਾਂ ਉਹਦਾ ਕੀ ਹੋਣਾ ਹੈ। ਤੇ ਜੇ ਨਹੀਂ ਤਾਂ ਜਿਹੜੇ ਤੁਹਾਡੇ ਦੋਸਤ ਮਿੱਤਰ ਉੱਥੇ ਰਹਿੰਦੇ ਨੇ, ਬੱਚੇ ਨੂੰ ਭੇਜਣ ਤੋਂ ਪਹਿਲਾਂ ਉਹਨਾਂ ਨਾਲ ਚੰਗੀ ਤਰ੍ਹਾਂ ਡਿਸਕਸ ਕਰ ਲਓ। ਉਮੀਦ ਕਰਦਾ ਹਾਂ ਦੋਸਤੋ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਮੇਜਰ ਮੰਗਟ ਨੂੰ ਇੱਥੇ ਹੀ ਆਗਿਆ ਦਿਓ। ਲੜੀ ਨੰਬਰ 22 ਦੇ ਵਿੱਚ ਆਪਾਂ ਫੇਰ ਮਿਲਾਂਗੇ। ਉਦੋਂ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।